ਹੈਲੋ एवरीवन ਵੈਲਕਮ ਟੂ ਸਟਰੀ ਸ਼ੌਕਰਸ ਹੇਅਰ ਸਟੱਡੀ ਬਿਕਮਸ ਈਜ਼ੀਅਰ। ਤਾਂ ਆਪਾਂ ਪਹੁੰਚ ਚੁੱਕੇ ਜੀ ਰਿਕਰੂਟਮੈਂਟ ਆਫ ਮਾਸਟਰ ਕੈਡਰ ਬੈਕਲੌਗ 135 ਪੋਸਟਾਂ ਤੇ। ਜਿਵੇਂ ਆਪਾਂ ਨੂੰ ਪਹਿਲਾਂ ਹੀ ਵੀਡੀਓ ਬਣਾ ਕੇ ਤੁਹਾਨੂੰ ਦੱਸਿਆ ਸੀਗਾ ਕਿ ਬੈਕਲੌਗ ਦੀਆਂ 135 ਪੋਸਟਾਂ ਜਿਹੜੀਆਂ ਨੇ ਦਿਵਿਆਂਗ ਕੈਟੇਗਰੀ ਦੀਆਂ ਉਹ ਖਾਲੀ ਰਹਿ ਗਈਆਂ ਸੀ ਤੇ ਉਹਨਾਂ ਨੂੰ ਭਰਨ ਲਈ ਨਵਾਂ ਨੋਟਿਸ ਜਿਹੜਾ ਜਾਰੀ ਕੀਤਾ ਗਿਆ, ਅਪਲਾਈ ਕਰਨ ਲਈ ਕਿਹਾ ਗਿਆ ਤੇ 21 ਤਰੀਕ ਜਿਹੜੀ ਹੈ 21 ਅਪ੍ਰੈਲ ਉਹਦੀ ਲਾਸਟ ਡੇਟ ਹੈ। ਤਾਂ ਉਹਦੇ ਰਿਗਾਰਡਿੰਗ ਬਹੁਤ ਸਾਰੇ ਨੋਟੀਫਿਕੇਸ਼ਨਸ ਜਿਹੜੀਆਂ ਆਊਟ ਕੀਤੇ ਗਏ ਆ, ਜਿਵੇਂ ਤੁਸੀਂ ਦੇਖ ਸਕਦੇ ਹੋ ਉੱਤੇ। ਤਾਂ ਪੰਜਾਬ ਸਿਵਲ ਸਰਵਿਸ ਰਿਜ਼ਰਵੇਸ਼ਨ ਆਫ ਪੋਸਟ ਫॉर ਵੂਮਨ ਰੂਲਸ, ਦੇਖੋ ਜਿਹੜਾ 33% ਵੂਮਨਸ ਦੇ ਜਿਹੜੀ ਰਿਕਰੂਟਮੈਂਟ ਦੇ ਵਿੱਚ 33% ਰਾਖਵਾਂਕਰਨ ਕੀਤਾ ਗਿਆ। ਇਸ ਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਰਾਖਵਾਂਕਰਨ ਇਹਨਾਂ ਪੋਸਟਾਂ ਦੇ ਵਿੱਚ ਵੀ ਮਿਲੇਗਾ। 33% ਵੂਮਨਸ ਦਾ ਰਾਖਵਾਂਕਰਨ ਰਹੇਗਾ ਤੇ ਨਾਲ ਹੀ ਰੋਸਟਰ ਪੁਆਇੰਟਸ ਦਿੱਤੇ ਹੋਏ। ਮੈਂ ਤੁਹਾਨੂੰ ਇੱਕ ਵਾਰ ਰੋਸਟਰ ਪੁਆਇੰਟ ਜਿਹੜੇ ਸ਼ੋ ਕਰ ਦਿੰਦੀ ਹਾਂ। ਇਸਦੀ ਡਿਟੇਲ ਵੀਡੀਓ ਆਪਾਂ ਆਲਰੇਡੀ ਆਪਣੇ ਚੈਨਲ ਤੇ ਬਣਾਈ ਹੋਈ ਸੀਗੀ, ਉਹ ਉੱਦਾਂ ਹੀ ਹੈ ਬਿਲਕੁਲ ਇਹ ਕਿ ਰੋਸਟਰ ਪੁਆਇੰਟ ਜਿਹੜਾ ਹੈਗਾ ਕਿ 33% ਜਿਹੜਾ ਸੀਟਸ ਜਿਹੜੀਆਂ ਰਿਜ਼ਰਵ ਰਹਿਣਗੀਆਂ। ਤਾਂ ਜਿਹੜਾ 100 ਪੁਆਇੰਟਸ ਦਾ ਰੋਸਟਰ ਹੁੰਦਾ ਜੀ, ਤਾਂ ਉਹਦੇ ਵਿੱਚੋਂ ਇੱਥੇ ਦਿੱਤਾ ਹੋਇਆ ਕਿ ਕਿੰਨਾ ਕਿੰਨਾ ਨੰਬਰ, ਜਿਵੇਂ ਪਹਿਲਾ ਨੰਬਰ ਹੈਗਾ 13ਵਾਂ ਨੰਬਰ ਹੈਗਾ, ਤਾਂ ਐਸਸੀ ਗਰਲਜ਼ ਲਈ ਜਿਹੜਾ ਹੈਗਾ ਉਹ ਰਾਖਵਾਂ ਰਹੇਗਾ। ਮਤਲਬ 13ਵੇਂ ਨੰਬਰ ਤੇ ਫਿਰ ਐਸਸੀ ਗਰਲ ਨੂੰ ਬੁਲਾਇਆ ਜਾਏਗਾ ਆਪਣੀ ਸਟੇਸ਼ਨ ਚੁਆਇਸ ਕਰਨ ਲਈ। ਇਸੇ ਤਰ੍ਹਾਂ ਬੈਕਵਰਡ ਕਲਾਸ ਲਈ ਹੈਗਾ ਜੀ 8ਵਾਂ ਨੰਬਰ 42ਵਾਂ ਨੰਬਰ, ਇਹ ਬੀਸੀ ਗਰਲ ਬੀਸੀ ਕੈਟੇਗਰੀ ਦੀ ਜਿਹੜੀ ਹੈਗੀ ਉਹਦੇ ਲਈ ਰਾਖਵਾਂ ਰਹੇਗਾ। ਤਾਂ ਇਦਾਂ ਕਰਕੇ ਸਾਰੇ ਇਹ ਪੁਆਇੰਟਸ ਦਿੱਤੇ ਹੋਏ ਨੇ। ਲਾਸਟ ਤੁਸੀਂ ਜਨਰਲ ਕੈਟੇਗਰੀ ਵੀ ਦੇਖ ਸਕਦੇ ਹੋ। ਇਸ ਤਰ੍ਹਾਂ ਕਰਕੇ ਇਹ ਜਿਹੜੀ ਆਪਣਾ ਰਾਖਵਾਂ ਕਰਨਾ 33% ਰੋਸਟਰਸ ਦੇ ਵਿੱਚ ਵੀ ਉਹਨਾਂ ਨੂੰ ਬੁਲਾਉਣ ਲਈ ਉਹ ਸਾਰੇ ਇੱਥੇ ਦਿੱਤੇ ਹੋਏ ਨੇ। ਇੱਥੇ ਇੱਕ ਵਰਡ ਦਿੱਤਾ ਹੋਇਆ ਜੀ ਬਾਏ ਰੋਟੇਸ਼ਨ, ਤੁਸੀਂ ਦੇਖ ਸਕਦੇ ਹੋ 90 ਤੱਕ ਤਾਂ ਉਹਨਾਂ ਨੇ ਦਿੱਤਾ ਹੋਇਆ, ਲੇਕਿਨ ਉਸ ਤੋਂ ਬਾਅਦ ਲਿਖਿਆ ਹੋਇਆ ਬਾਈ ਰੋਟੇਸ਼ਨ। ਇਸਦਾ ਮਤਲਬ ਇਹ ਹੁੰਦਾ ਕਿ ਰੋਟੇਸ਼ਨ ਦਾ ਮਤਲਬ ਇਹ ਹੁੰਦਾ ਵੀ ਇਸ ਤੋਂ ਬਾਅਦ ਨੈਕਸਟ ਨੰਬਰ ਤੇ ਜਿੱਥੇ ਵੀ ਕੈਂਡੀਡੇਟ ਬੁਲਾਇਆ ਜਾਂਦਾ ਫਿਜ਼ੀਕਲ ਹੈਂਡੀਕੈਪ ਦਾ, ਉੱਥੇ ਇੱਕ ਵਾਰ ਮੇਲ ਦੂਸਰੀ ਵਾਰ ਫੀਮੇਲ, ਫਿਰ ਫੀਮੇਲ, ਇਦਾਂ ਕਰਕੇ ਬੁਲਾਇਆ ਜਾਏਗਾ। ਇਸਨੂੰ ਬਾਈ ਰੋਟੇਸ਼ਨ ਕਿਹਾ ਜਾਂਦਾ। ਜਿਵੇਂ ਤੁਸੀਂ ਫਰੀडम ਫਾਈਟਰ ਦੇ ਵੀ ਨਾਲ ਦੇਖ ਸਕਦੇ ਹੋ 63 ਤੋਂ ਬਾਅਦ ਬਾਈ ਰੋਟੇਸ਼ਨ ਲਿਖਿਆ ਹੋਇਆ ਕਿ 63 ਨੰਬਰ ਤੇ ਤਾਂ ਗਰਲ ਨੂੰ ਬੁਲਾਇਆ ਜਾਏਗਾ, ਲੇਕਿਨ ਉਸ ਤੋਂ ਬਾਅਦ ਜਿੱਥੇ ਵੀ ਫਰੀडम ਫਾਈਟਰ ਦਾ ਨੰਬਰ ਹੈ ਰੋਸਟਰ ਦੇ ਵਿੱਚ ਪਹਿਲੇ 100 ਪੁਆਇੰਟਸ ਦੇ ਵਿੱਚ, ਤਾਂ ਉੱਥੇ ਪਹਿਲਾਂ ਮੇਲ ਫੀਮੇਲ ਇਦਾਂ ਕਰਕੇ ਬਾਈ ਰੋਟੇਸ਼ਨ ਬੁਲਾਇਆ ਜਾਂਦਾ। ਤੇ ਤਾਂ ਹੋ ਗਿਆ ਜੀ ਫਸਟ ਜਿਹੜਾ ਨੋਟੀਫਿਕੇਸ਼ਨ ਆਇਆ ਉਸਦੀ ਗੱਲ ਹੋ ਗਈ ਤਾਂ ਹੈ ਉਹ ਪੋਸਟਾਂ ਜਿਹੜੀਆਂ ਨੇ ਉਹ ਰਿਜ਼ਰਵ ਰਹਿਣਗੀਆਂ 33% ਵੂਮਨਸ ਲਈ। ਉਸ ਤੋਂ ਬਾਅਦ ਦੇਖੋ ਰੂਲਸ ਫॉर ਪੰਜਾਬ ਐਜੂਕੇਸ਼ਨਲ ਟੀਚਿੰਗ ਕਾਡਰ ਗਰੁੱਪ ਸੀ, ਕਿਉਂਕਿ ਇਹ ਗਰੁੱਪ ਸੀ ਬਾਰਡਰ ਏਰੀਆ ਦੀਆਂ ਪੋਸਟਾਂ ਨੇ, ਉਹਦੇ ਰਿਗਾਰਡਿੰਗ ਰੂਲਸ ਜਿਹੜੇ ਆ ਉਹ ਇੱਥੇ ਦਿੱਤੇ ਗਏ ਆ। ਉਸ ਤੋਂ ਬਾਅਦ ਰਿਜ਼ਰਵੇਸ਼ਨ ਆਫ ਵੈਕੈਂਸੀਜ਼ ਇਨ ਡਾਇਰੈਕਟ ਰਿਕਰੂਟਮੈਂਟ, ਇਸ ਨੂੰ ਆਪਾਂ ਓਪਨ ਕਰਕੇ ਦੇਖਦੇ ਹਾਂ। ਇਹਦੇ ਵਿੱਚ ਸਾਰੀ ਦਿੱਤੀ ਹੋਈ ਹੈ ਕਿ ਜਿਹੜੀ ਵੀ ਰਿਜ਼ਰਵੇਸ਼ਨ ਹੈਗੀ ਹੈ, ਰਿਜ਼ਰਵੇਸ਼ਨ ਆਫ ਵੈਕੈਂਸੀਜ਼ ਇਨ ਡਾਇਰੈਕਟ ਰਿਕਰੂਟਮੈਂਟ ਫਿਜ਼ੀਕਲੀ ਹੈਂਡੀਕੈਪ ਪਰਸਨ ਲਈ ਜਿਹੜੀ ਰਿਜ਼ਰਵੇਸ਼ਨ ਰਹੇਗੀ ਉਹ ਕਿੱਦਾਂ ਰਹੇਗੀ, ਉਹਦੇ ਸਾਰੇ ਰਿਗਾਰਡਿੰਗ ਇਹ ਸਾਰੇ ਰੂਲਸ ਜਿਹੜੇ ਦਿੱਤੇ ਹੋਏ ਆ। ਇਹਦੇ ਵਿੱਚ ਦੇਖ ਸਕਦੇ ਹੋ ਬਲਾਈਂਡਨੈਸ ਆਫ ਲੋ ਵਿਜ਼ਨ, ਯਾਨੀ ਕਿ ਵਿਜ਼ੂਅਲੀ ਹੈਂਡੀਕੈਪ ਲਈ 1% ਹੈ, ਹੀਅਰਿੰਗ ਇੰਪੇਅਰਮੈਂਟ ਲਈ 1% ਹੈ, ਲੋਕੋਮੋਟਰ ਡਿਸੇਬਿਲਿਟੀ ਔਰ ਸੈਰੇਬਰਲ ਪੈਲਿਸੀ ਲਈ 1% ਹੈ। ਤਾਂ ਇਸ ਤਰ੍ਹਾਂ ਕਰਕੇ ਇੱਥੇ ਰਿਜ਼ਰਵੇਸ਼ਨ ਰਹੇਗੀ। ਇਹ ਉਸਦੇ ਰਿਗਾਰਡਿੰਗ ਪੂਰਾ ਲੈਟਰ ਹੈ। ਹਾਂਜੀ, ਨਾਲ ਇੱਕ ਹੋਰ ਲੈਟਰ ਜਿਹੜਾ ਉਹਨਾਂ ਨੇ ਜਾਰੀ ਕੀਤਾ ਹੈ, ਜਿਹੜਾ ਕਿਸ ਦੇ ਰਿਗਾਰਡਿੰਗ ਹੈ, ਇੰਸਟਰਕਸ਼ਨਸ ਰਿਗਾਰਡਿੰਗ 4% ਆਫ ਰਿਜ਼ਰਵੇਸ਼ਨ ਅੰਡਰ ਸੈਕਸ਼ਨ 34 ਆਫ ਦਾ ਰਾਈਟ ਆਫ ਪਰਸਨਸ ਵਿਦ ਡਿਸੇਬਿਲਿਟੀ ਐਕਟ 2016। ਆਪਾਂ ਨੂੰ ਪਤਾ ਹੈ ਜੀ ਇਸ ਦੇ ਵਿੱਚ ਅਮੈਂਡਮੈਂਟ ਕਰਦਿਆਂ ਹੋਇਆ ਜਿਹੜਾ ਪਰਸੈਂਟੇਜ 3% ਦਾ ਮਤਲਬ ਉਹਨਾਂ ਲਈ ਜਿਹੜੀ ਰਿਜ਼ਰਵੇਸ਼ਨ ਸੀਗੀ ਉਸਨੂੰ ਵਧਾ ਕੇ 4% ਕਰ ਦਿੱਤੀ ਗਈ ਸੀ, ਜਿਹੜੇ ਵੀ ਪਰਸਨਸ ਵਿਦ ਡਿਸੇਬਿਲਿਟੀ ਐਕਟ ਵਾਲੇ ਸੀਗੇ। ਤੇ ਇਹ ਸਾਰਾ ਲੈਟਰ ਉਹਨਾਂ ਨੇ ਜਾਰੀ ਕੀਤਾ, ਤੁਸੀਂ ਦੇਖ ਸਕਦੇ ਹੋ ਇੱਥੇ। ਤੇ ਡਿਸੇਬਿਲਿਟੀ ਦੀ ਜਿਹੜੀ ਹੈਗੀ ਤੁਸੀਂ ਇੱਥੇ ਦੇਖ ਸਕਦੇ ਹੋ, ਡਿਸੇਬਿਲਿਟੀ 'ਚ ਬਲਾਈਂਡਨੈਸ ਐਂਡ ਲੋ ਵਿਜ਼ਨ ਦਾ 1%, ਡੈਫ ਐਂਡ ਹਾਰਡ ਆਫ ਹੀਅਰਿੰਗ ਦਾ 1% ਹੈ ਜੀ, ਲੋਕੋਮੋਟਰ ਡਿਸੇਬਿਲਿਟੀ ਦਾ 1% ਹੈ, ਤੇ ਨਾਲ ਹੀ ਇੰਟੈਲੈਕਚੁਅਲ ਡਿਸੇਬਿਲਿਟੀ ਦਾ ਇੱਥੇ 1% ਹੈ। ਤਾਂ 4% ਜਿਹੜਾ ਇੱਥੇ ਕਰ ਦਿੱਤਾ ਗਿਆ ਸੀਗਾ। ਤੇ ਪੂਰਾ ਲੈਟਰ ਜਿਹੜਾ ਉਸਦੇ ਰਿਗਾਰਡਿੰਗ ਹੈਗਾ ਤੁਸੀਂ ਦੇਖ ਸਕਦੇ ਹੋ, ਇਹ ਪੂਰਾ ਲੈਟਰ ਜਾਰੀ ਕੀਤਾ ਗਿਆ। ਜਿਸ ਨੂੰ ਵੀ ਇਸ ਨੂੰ ਡਿਟੇਲ ਦੇ ਵਿੱਚ ਪੜ੍ਹਨਾ ਉਹ ਪੜ੍ਹ ਸਕਦਾ ਹੈਗਾ। ਤੇ ਜਿਹੜੀ ਪਰਸੈਂਟੇਜ ਹੈਗੀ ਹੈ ਜੀ ਉਹ 3% ਵਧਾ ਕੇ 4% ਜਿਹੜਾ ਉਹਨਾਂ ਰਾਖਵਾਂਕਰਨ ਫਿਜ਼ੀਕਲੀ ਹੈਂਡੀਕੈਪ ਦਾ ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪ੍ਰਿੰਟਡ ਡਰਾਫਟ ਨੋਟੀਫਿਕੇਸ਼ਨ। ਇਹ ਪ੍ਰਿੰਟਡ ਡਰਾਫਟ ਨੋਟੀਫਿਕੇਸ਼ਨ ਪੂਰਾ ਨੋਟੀਫਿਕੇਸ਼ਨ ਜਿਹੜਾ ਇੱਥੇ ਦਿੱਤਾ ਹੋਇਆ ਹੈਗਾ, ਕਿਸ ਤਰ੍ਹਾਂ ਪੂਰੀ ਇਹ ਰਿਕਰੂਟਮੈਂਟ ਜਿਹੜੀ ਹੋਣ ਵਾਲੀ ਹੈ। ਦੇਖੋ ਪੰਜਾਬ ਗਵਰਨਮੈਂਟ ਗਜ਼ਟ ਜਿਹੜਾ ਇੱਥੇ ਦਿੱਤਾ ਹੋਇਆ ਹੈਗਾ, ਤੇ ਇਸ ਨੂੰ ਵੀ ਤੁਸੀਂ ਡਿਟੇਲ ਦੇ ਵਿੱਚ ਜਿਹੜਾ ਪੜ੍ਹ ਸਕਦੇ ਹੋ। ਪੂਰਾ ਡਰਾਫਟ ਨੋਟੀਫਿਕੇਸ਼ਨ ਜਿਹੜਾ ਇੱਥੇ ਆਊਟ ਕੀਤਾ ਗਿਆ। ਇੱਥੇ ਦਿੱਤਾ ਗਿਆ ਪੇ ਸਕੇਲ ਫॉर ਫਿਊਚਰ ਰਿਕਰੂਟਮੈਂਟ। ਪੇ ਸਕੇਲ ਬਾਰੇ ਇੱਥੇ ਪੂਰੀ ਗੱਲ ਕੀਤੀ ਗਈ ਹੈ, ਆਪਾਂ ਪੜ੍ਹਦੇ ਹਾਂ ਇਸਨੂੰ। ਬੇਸਡ ਔਨ ਰਿਵਾਈਜ਼ਡ ਪੇ ਸਕੇਲ ਗ੍ਰਾਂਟਡ ਟੂ different categories of employees with effect from 21/2006 in the Department of School Education in presence of recommendations of 5th Punjab Pay Commission, further based on 7th Central Pay Commission, and as per the recommendations of committee constituted by Finance Department, the Governor of Punjab is pleased to grant the following higher revised pay scales for future recruitment as indicated in the column number 4 in respect of the following posts with immediate effect। ਤਾਂ ਹੁਣ ਜੀ ਦੇਖੋ ਫਿਊਚਰ ਰਿਕਰੂਟਮੈਂਟ ਦੇ ਵਿੱਚ ਜਿੰਨੀਆਂ ਫਿਊਚਰ ਰਿਕਰੂਟਮੈਂਟਸ ਉਹਨਾਂ ਨੇ ਮੈਂਸ਼ਨ ਕੀਤਾ ਉਹਦੇ ਵਿੱਚ ਪੇ ਸਕੇਲ ਜਿਹੜਾ ਹੈਗਾ, ਰਿਵਾਈਜ਼ਡ ਪੇ ਸਕੇਲ ਜਿਹੜਾ ਹੈਗਾ ਉਹਨਾਂ ਨੇ ਦਿੱਤਾ, ਪੇ ਮੈਟ੍ਰਿਕਸ ਦੇ ਦਿੱਤੇ ਨੇ ਜਿਹੜੇ ਕਿ ਲਾਗੂ ਹੋਣਗੇ। ਕਿਹੜੇ ਕਿਹੜੇ ਹੈਗੇ ਆਪਾਂ ਤੁਹਾਨੂੰ ਸ਼ੋਅ ਕਰਦੇ ਦੇਖੋ। ਇਹਦੇ ਵਿੱਚ ਲਿੱਤਾ ਹੋਇਆ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਐਂਡ ਪ੍ਰਿੰਸੀਪਲ,
ਸਭ ਤੋਂ ਪਹਿਲਾ ਪੁਆਇੰਟ ਹੈਗਾ ਜੀ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਐਂਡ ਪ੍ਰਿੰਸੀਪਲ ਦੀ ਜਿਹੜੀ ਹੈ ਉਹ ਰਹੇਗੀ 55100 ਪੇ ਸਕੇਲ ਮੈਟ੍ਰਿਕਸ ਐਜ਼ ਪਰ ਦਾ 7th ਸੈਂਟਰਲ ਪੇ ਕਮਿਸ਼ਨ। ਪਹਿਲਾਂ 5 ਵਾਲਾ ਕਿਹੜਾ ਸੀਗਾ ਜੀ 5th ਪੇ ਕਮਿਸ਼ਨ 'ਚ ਉਹਦਾ ਸਕੇਲ ਕਿ 15600 3900 ਪਲੱਸ 6000 ਗ੍ਰੇਡ ਪੇ ਸੀਗਾ, ਲੇਕਿਨ ਹੁਣ 7th ਸੈਂਟਰਲ ਪੇ ਕਮਿਸ਼ਨ 'ਚ ਉਹਦੀ ਜਿਹੜੀ ਪੇ ਹੈਗੀ ਹੈ ਜੀ ਉਹ 56100 ਹੋ ਗਈ ਹੈ। ਇਸ ਤਰ੍ਹਾਂ ਤੁਸੀਂ ਕੰਪੇਅਰ ਵੀ ਕਰ ਸਕਦੇ ਹੋ ਕਿ ਕਿੰਨਾ ਇਨਕਰੀਜ਼ ਹੋਇਆ। ਇਸੇ ਤਰ੍ਹਾਂ ਹੈਡਮਾਸਟਰ ਦੀ ਗੱਲ ਕਰ ਲਈਏ ਤਾਂ 35400 ਹੋ ਚੁੱਕੀ ਹੈ ਜੀ, ਪਹਿਲਾਂ ਸੀਗੀ 10300, ਉਸ ਤੋਂ ਬਾਅਦ 34800 ਹੁੰਦੀ ਸੀ ਪਲੱਸ 4400 ਗ੍ਰੇਡ ਪੇ ਸਕੇਲ ਸੀਗਾ, ਲੇਕਿਨ ਹੁਣ 35400 ਹੋ ਚੁੱਕੀ ਹੈ। ਲੈਕਚਰਾਰ ਦੀ ਵੀ 35400 ਹੈਗੀ ਹੈ ਜੀ। ਗ੍ਰੇਡ ਪੇ ਜਿਹੜੇ ਆ ਉਹ ਅਲੱਗ-ਅਲੱਗ ਲੈਵਲ 'ਤੇ ਅਲੱਗ-ਅਲੱਗ ਹੁੰਦੇ ਆ ਜੀ। ਇਹ ਹੋ ਗਈ ਵੀ ਥੋੜੀ ਬੇਸਿਕ ਪੇ ਹੈਗੀ ਹੈ ਜਿਹੜੀ। ਉਸ ਤੋਂ ਬਾਅਦ ਵੋਕੇਸ਼ਨਲ ਲੈਕਚਰਾਰਸ ਜਿਹੜੇ ਆ ਉਹ 35400 ਹੋ ਗਏ ਆ ਜੀ। ਮਾਸਟਰਸ 35400 ਕਿਉਂਕਿ ਜਿਹੜੀਆਂ ਪੋਸਟਾਂ ਨੇ ਉਹ ਮਾਸਟਰਸ ਦੀਆਂ ਪੋਸਟਾਂ ਨੇ। 3704 ਵੀ ਮਾਸਟਰਸ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ। ਉਸ ਤੋਂ ਬਾਅਦ ਬਲੋਕ ਪ੍ਰਾਇਮਰੀ ਐਜੂਕੇਸ਼ਨ ਆਫਿਸਰ ਦੀਆਂ ਹੋ ਗਈਆਂ ਜੀ 35400। ਸੈਂਟਰਲ ਹੈਡ ਟੀਚਰ ਦੀਆਂ ਉਹਦੀ ਵੀ 35400 ਹੈਗੀ ਹੈ ਜੀ। ਇਸ ਤਰ੍ਹਾਂ ਕਰਕੇ ਆਪਾਂ ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਜੀ ਆਪਣੇ ਕਲਰਕ ਦੀ। ਅਗਰ ਆਪਾਂ ਇੱਥੇ ਗੱਲ ਕਰ ਲਈਏ ਹੈਡ ਟੀਚਰ ਦੀ, ਉਸ ਤੋਂ ਪਹਿਲਾਂ ਗੱਲ ਕਰ ਲਈਏ ਹੈਡ ਟੀਚਰ ਦੀ ਹੈਗੀ ਜੀ 29200। ਹੈਡ ਟੀਚਰ ਦੀ 29200 ਹੈਗੀ ਹੈ। ਆਰਟ ਐਂਡ ਕਰਾਫਟ ਟੀਚਰ ਦੀ ਵੀ 29200 ਹੈਗੀ ਹੈ। ਉਸ ਤੋਂ ਬਾਅਦ ਈਟੀਟੀ ਵਾਲਿਆਂ ਦੀ, ਹਾਂਜੀ ਈਟੀਟੀ ਵਾਲਿਆਂ ਦੀ 29200 ਹੈ। ਬਹੁਤ ਕੁਐਰੀਜ਼ ਆ ਰਹੀਆਂ ਸੀਗੇ ਕਿ ਇਹਨਾਂ ਦੀ ਕਿਹੜੀ ਹੈਗੀ 29200 ਹੈਗੀ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਜੀ ਸਟੈਨੋ ਟਾਈਪਿਸਟ, ਸਟੈਨੋ ਦੀ 21700 ਹੈਗੀ ਹੈ, ਅਤੇ ਨਾਲ ਹੀ ਇੱਥੇ ਗੱਲ ਕੀਤੀ ਗਈ ਹੈ ਸਕੂਲ ਲਾਇਬ੍ਰੇਰੀਅਨ ਦੀ 25500 ਹੈਗੀ ਹੈ ਜੀ, ਅਤੇ ਡਰਾਈਵਰ ਦੀ 21700 ਹੈ। ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ 19900 ਹੈਗੀ ਹੈ। ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਕਲਰਕ ਦੀ ਜਿਹੜੀ 19900 ਰਹੇਗੀ। ਲਾਇਬ੍ਰੇਰੀ ਰਿਸਟੋਰਰ ਦੀ 21700 ਹੈਗੀ ਹੈ ਜੀ। Aforesaid basic pay attached to the various posts as indicated in column number 4 the decision regarding grant of other allowances shall be taken later। ਦੇਖੋ ਉਹਨਾਂ ਨੇ ਬੋਲਿਆ ਕਿ ਜਿਹੜੀ ਤੁਹਾਡੀ ਪੇ ਮੈਟ੍ਰਿਕਸ ਹੈ ਉਹ ਤੁਹਾਨੂੰ ਸਾਰਾ ਉੱਪਰ ਬੇਸਿਕ ਪੇ ਦੱਸ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਹੜੀ ਅਲਾਊਂਸਿਸ ਜਿਹੜੀ ਹੈ ਤੁਹਾਨੂੰ ਦਿੱਤੇ ਜਾਣੇ ਆ ਉਹਦੀ ਰਿਗਾਰਡਿੰਗ ਜਿਹੜੀ ਡਿਸੀਜਨ ਆ ਉਹ ਬਾਅਦ ਦੇ ਵਿੱਚ ਦਿੱਤਾ ਜਾਏਗਾ। After receipt of the report of the 6th Punjab Pay Commission, no further revision shall be effected in these pay scale or metrics। ਤੇ ਇਸ ਤੋਂ ਬਾਅਦ ਦੇਖੋ ਆਪਾਂ ਨੂੰ ਪਤਾ 6th ਪੰਜਾਬ ਪੇ ਕਮਿਸ਼ਨ ਜਿਹੜਾ ਉਹ ਬੈਠਿਆ ਹੋਇਆ ਤੇ ਉਹਦੀ ਜਿਹੜੀ ਰਿਕਮੈਂਡੇਸ਼ਨਸ ਆਉਣੀਆਂ ਨੇ, ਕਹਿੰਦੇ ਉਹਨਾਂ ਦੀ ਰਿਕਮੈਂਡੇਸ਼ਨਸ ਆਉਣ ਤੋਂ ਬਾਅਦ ਜਿਹੜੇ ਉੱਪਰ ਜਿਹੜੀ ਆਹ ਤੁਹਾਨੂੰ ਸਾਰੀਆਂ ਜਿਹੜੀ ਹੈਗੀਆਂ ਨੇ ਪੋਸਟਾਂ ਅਤੇ ਉਹਨਾਂ ਦੇ ਰਿਗਾਰਡਿੰਗ ਜਿਹੜੀ ਬੇਸਿਕ ਪੇ ਸਕੇਲ ਦਿੱਤੀ ਹੈ ਉਹਨਾਂ 'ਤੇ ਕੋਈ ਵੀ ਇਫੈਕਟ ਨਹੀਂ ਪੈਣ ਵਾਲਾ। ਨਿਊਲੀ ਰਿਕਰੂਟਡ ਪਰਸਨਸ 'ਤੇ ਕੋਈ ਵੀ ਇਫੈਕਟ ਨਹੀਂ ਪਏਗਾ। ਉਹਨਾਂ ਦੀ ਪੇ ਮੈਟ੍ਰਿਕਸ ਯਾਨੀ ਕਿ ਬੇਸਿਕ ਪੇ ਜਿਹੜੀ ਆ ਉਹ ਇੱਦਾਂ ਹੀ ਰਹੇਗੀ। ਨਾਲ ਹੀ ਇਹਨਾਂ ਨੇ ਇੰਪੋਰਟੈਂਟ ਪੁਆਇੰਟ ਇੱਥੇ ਦਿੱਤਾ, ਇਟ ਇਜ਼ ਕਲੈਰੀਫਾਈਡ ਦੈਟ ਥੀਸ ਪੇ ਮੈਟ੍ਰਿਕਸ shall be applicable to the persons to be recruited in future against the above mentioned post and shall not be applicable to the existing incumbent in any manner whatsoever। ਇਹਦਾ ਮਤਲਬ ਇਹ ਹੈਗਾ ਜੀ ਥਰਡ ਪੁਆਇੰਟ ਦੇ ਵਿੱਚ ਕਿ ਜਿਹੜੀ ਵੀ ਇਹ ਪੇ ਮੈਟ੍ਰਿਕਸ ਹੈਗਾ ਉੱਪਰ ਦਿੱਤਾ ਹੋਇਆ ਇਹ ਕਿੰਨਾਂ 'ਤੇ ਲਾਗੂ ਹੋਣ ਵਾਲਾ ਜੀ, ਇਹ ਨਿਊਲੀ ਰਿਕਰੂਟਡ ਪਰਸਨਸ 'ਤੇ ਲਾਗੂ ਹੋਏਗਾ। ਫਿਊਚਰ ਦੇ ਵਿੱਚ ਜਿਹੜੇ ਆਲਰੇਡੀ ਹੈਗੇ ਆ ਜੀ ਉਹਨਾਂ 'ਤੇ ਨਹੀਂ ਹੋਏਗਾ ਜੀ। ਇਹ ਨਵੀਂ ਫਿਊਚਰ ਦੇ ਵਿੱਚ ਜਿਹੜੀ ਰਿਕਰੂਟਮੈਂਟ ਹੋਣ ਵਾਲੀ ਆ ਆਉਣ ਵਾਲੇ ਟਾਈਮ 'ਚ ਉਹਨਾਂ 'ਤੇ ਲਾਗੂ ਹੁੰਦੀ ਆ। ਇਹ ਸੀਗੀ ਜੀ ਸਾਰੀ ਇਨਫੋਰਮੇਸ਼ਨ ਪੇ ਮੈਟ੍ਰਿਕਸ ਦੇ ਰਿਗਾਰਡਿੰਗ। ਬਹੁਤ ਇਨਫੋਰਮੇਸ਼ਨ ਦੇ ਸੀਗੇ ਕਿ ਪੇ ਮੈਟ੍ਰਿਕਸ ਬਾਰੇ ਦੱਸੋ, ਤਾਂ ਫਾਈਨਲੀ ਪੇ ਮੈਟ੍ਰਿਕਸ ਦੀ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਹਰ ਇੱਕ ਜਿਹੜੀ ਕੈਡਰ ਦੀ ਇੱਥੇ ਦਿੱਤੀ ਹੋਈ ਆ ਪੇ ਮੈਟ੍ਰਿਕਸ ਵੀ 7th ਪੇ ਕਮਿਸ਼ਨ ਦੇ ਅਕੋਰਡਿੰਗ ਕਿੱਦਾਂ ਰਹੇਗੀ, ਪਹਿਲਾਂ 5ਵੇਂ ਦੇ ਅਕੋਰਡਿੰਗ ਕਿੱਦਾਂ ਸੀਗੀ, ਅਤੇ 6ਵੇਂ ਦੇ ਅਕੋਰਡਿੰਗ ਜਦ ਵੀ ਜਿਹੜਾ ਪੇ ਮੈਟ੍ਰਿਕਸ ਦੀ ਜਿਹੜੀ ਆਉਣੀਆਂ ਨੇ ਜੀ ਅਗਰ ਉਹ ਆਉਣਗੀਆਂ ਤਾਂ ਉਹਦੇ ਅਕੋਰਡਿੰਗ ਇੱਥੇ ਕੋਈ ਚੇਂਜ ਨਹੀਂ ਹੋਣ ਵਾਲਾ। ਉਹਨਾਂ ਨੇ ਆਪ ਦੇਖੋ ਇੱਥੇ ਥਰਡ ਪੁਆਇੰਟ ਦੇ ਵਿੱਚ ਕਿਹਾ ਵੀ ਇੱਥੇ ਕੋਈ ਇਫੈਕਟ ਨਹੀਂ ਪਏਗਾ, ਅਤੇ ਹਾਂ ਨਾਲ ਉਹਨਾਂ ਨੇ ਇਹ ਕਿਹਾ ਹੈਗਾ ਕਿ ਇੱਥੇ ਕੋਈ ਇਫੈਕਟ ਨਹੀਂ ਪਏਗਾ ਪੇ ਮੈਟ੍ਰਿਕਸ 'ਤੇ। ਫਿਊਚਰ ਦੇ ਵਿੱਚ ਜਿਹੜੀ ਜਿੰਨੀਆਂ ਵੀ ਫਿਊਚਰ ਦੇ ਵਿੱਚ ਹੋਣ ਵਾਲੀਆਂ ਨੇ ਰਿਕਰੂਟਮੈਂਟ ਉਹਨਾਂ 'ਤੇ ਇਹ ਜਿਹੜੀਆਂ ਨੇ ਲਾਗੂ ਹੋਣਗੀਆਂ। 7th ਸੈਂਟਰਲ ਪੇ ਕਮਿਸ਼ਨ ਉਹਨਾਂ 'ਤੇ ਲਾਗੂ ਹੋਏਗਾ। ਅਤੇ ਇਹ ਸੀਗੀ ਜੀ ਇੰਪੋਰਟੈਂਟ ਇਨਫੋਰਮੇਸ਼ਨ। ਬਹੁਤ ਕੁਐਰੀਜ਼ ਆ ਰਹੀ ਸੀ ਪੇ ਸਕੇਲ ਦੇ ਰਿਗਾਰਡਿੰਗ। ਫਾਈਨਲੀ ਜਿਹੜਾ ਪੇ ਸਕੇਲ ਦੀ ਬੇਸਿਕ ਜਿਹੜੀ ਪੇ ਸਕੇਲ ਹੈਗੀ ਜਿਹੜੇ ਰਹਿਣਗੇ ਉਹ ਉਹਨਾਂ ਨੇ ਅਨਾਊਂਸ ਕਰ ਦਿੱਤਾ। ਆਈ ਹੋਪ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹ ਬਹੁਤ ਯੂਜ਼ਫੁਲ ਰਹੀ ਹੋਏਗੀ, ਕਿਉਂਕਿ ਸਾਰੇ ਦੇ ਮਾਈਂਡ ਵਿੱਚ ਇਹ ਜਿਹੜਾ ਡਾਊਟ ਬਣਿਆ ਹੋਇਆ ਸੀਗਾ ਕਿ ਕਿਸ ਦੀ ਕਿੰਨੀ ਰਹਿਣ ਵਾਲੀ ਆ, ਅਤੇ ਫਾਈਨਲੀ ਇਨਫੋਰਮੇਸ਼ਨ ਜਿਹੜੀ ਮਿਲ ਚੁੱਕੀ ਹੈ। ਅਤੇ ਆਈ ਹੋਪ ਤੁਹਾਡੀ ਇਨਫੋਰਮੇਸ਼ਨ ਜਿਹੜੀ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸਿਰ ਅਤੇ ਸਭ ਤੋਂ ਪਹਿਲਾਂ ਮਿਲੇਗੀ। ਥੈਂਕ ਯੂ।